हाँ जी दोस्तों, स्वागत है ਤੁਹਾਡਾ ਆਪਣੇ YouTube ਚੈਨਲ ਤੇ ਅੱਜ ਦੀ ਜਿਹੜੀ ਵੀਡੀਓ ਹੈਗੀ ਹੈ ਖਾਸ ਦੇਖਣੀ ਚਾਹੀਦੀ ਹੈ ਤੁਹਾਨੂੰ, ਕਿਉਂਕਿ ਇਹਦੇ ਵਿੱਚ ਮੈਂ ਕਾਫੀ ਕੁਝ ਕਲੀਅਰ ਕਰ ਦੂੰਗਾ ਕਿ ਮਾਰਕੀਟ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊ ਤੁਹਾਡੀ ਸਟਰੈਂਥ ਕੀ ਹੈਗੀ ਹੈ, ਕਿਸ ਤਰੀਕੇ ਨਾਲ ਤੁਹਾਨੂੰ ਮਾਰਕੀਟ ਦੇ ਵਿੱਚ ਕੰਮ ਕਰਨਾ ਤੁਹਾਡੇ ਵਾਸਤੇ ਲਾਭਦਾਇਕ ਹੈਗਾ ਤੇ ਕੀ ਤੁਹਾਨੂੰ ਸਾਵਧਾਨੀਆਂ ਰੱਖਣੀਆਂ ਪੈਣਗੀਆਂ। ਕਿਸ ਟਾਈਪ ਦੀ ਟ੍ਰੇਡਿੰਗ ਜਿਹੜੀ ਹੈਗੀ ਆ ਆਮ ਤੌਰ ਤੇ ਅਸੀਂ ਜਿਹੜੀ ਕਰਦੇ ਆ ਉਹਦੇ 'ਚ ਕਿੰਨੇ ਟਾਈਪ ਦੀ ਟ੍ਰੇਡਿੰਗ ਹੈਗੀ ਹੈ ਜਾਂ ਕਿੰਨੇ ਟਾਈਪ ਦੇ ਟ੍ਰੇਡਰਸ ਹੈਗੇ ਨੇ, ਇਹ ਸਾਰੀ ਦੀ ਸਾਰੀ ਗੱਲ ਮੈਂ ਅੱਜ ਦੀ ਵੀਡੀਓ 'ਚ ਕਰ ਰਿਹਾ। ਤਾਂ ਕਰਕੇ ਇਹਨੂੰ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਅਗਰ ਤੁਸੀਂ ਸਾਰਾ ਕਨਸੈਪਟ ਆਪਣਾ ਕਲੀਅਰ ਕਰਨਾ ਹੈਗਾ ਤਾਂ ਦੇਖੋ ਇਹਦੇ ਵਿੱਚ ਵੀ ਆਪਾਂ ਇੱਕ ਐਗਜ਼ਾਮਪਲ ਲੈ ਕੇ ਚੱਲਾਂਗੇ ਕਿ ਇਹ ਤਿੰਨ ਬੰਦੇ ਹੈਗੇ A B ਤੇ C। ਇਹਨੂੰ ਆਪਾਂ ਇੱਕ ਤਰ੍ਹਾਂ ਨਾਲ ਇਹ ਮੰਨ ਕੇ ਚੱਲ ਸਕਦੇ ਹਾਂ ਕਿ ਇਹ ਸਾਰੇ ਬਿਜ਼ਨਸਮੈਨ ਹੈਗੇ ਤੇ ਜਿਹੜੇ ਇੱਕੋ ਹੀ ਬਿਜ਼ਨਸ ਦੇ ਵਿੱਚ ਨੇ। ਮੈਂ ਇੱਕ ਬਿਜ਼ਨਸ ਤੇ ਇਦਾਂ ਦਾ ਚੁਣਿਆ ਕਿ ਜਿਹੜੇ ਇਹ ਸਾਰੇ ਹੈਗੇ ਸਾਰਿਆਂ ਦਾ ਕਨਸੈਪਟ ਤੁਹਾਨੂੰ ਇੱਕੋ ਬਿਜ਼ਨਸ ਦੇ ਵਿੱਚੋਂ ਸਮਝਾ ਸਕਾਂ, ਨਹੀਂ ਤਾਂ ਇਹ ਅਲੱਗ-ਅਲੱਗ ਤਰੀਕੇ ਨਾਲ ਲੋਕ ਸਮਝਾਉਂਦੇ ਨੇ। ਮੈਂ ਤੁਹਾਨੂੰ ਇੱਕੋ ਹੀ ਬਿਜ਼ਨਸ ਦੇ ਵਿੱਚੋਂ ਸਮਝਾਉਣ ਦੀ ਕੋਸ਼ਿਸ਼ ਕਰਦਾ। ਬਿਜ਼ਨਸ ਦਾ ਇਹਨਾਂ ਦਾ ਹੈਗਾ ਮਿਲਕ ਦਾ ਬਿਜ਼ਨਸ, ਇਹਨਾਂ ਦਾ ਹੈਗਾ ਦੁੱਧ ਦਾ ਕੰਮ ਕਰਦੇ ਨੇ, ਇਹ ਦੁੱਧ ਲੈ ਕੇ ਵੇਚਦੇ ਨੇ ਜਾਂ ਕਹਿ ਸਕਦੇ ਕਿ ਦੁੱਧ ਦਾ ਵਪਾਰ ਕਰਦੇ ਨੇ ਤਿੰਨੇ ਬੰਦੇ। ਤਾਂ ਹੁਣ ਇਹਨਾਂ ਦੀ ਸਟ੍ਰੈਟਜੀ ਕੀ ਰਹਿ ਸਕਦੀ ਹੈ ਇਹ ਸਮਝੋ। ਇੱਕ ਬੰਦਾ ਇਹ ਹੈਗਾ ਤਾਂ ਇਹਦੇ ਕੋਲ ਕੀ ਹੈ ਕਿ ਕੈਪੀਟਲ ਜਿਹੜਾ ਹੈਗਾ ਕੈਪੀਟਲ ਬਹੁਤ ਘੱਟ ਹੈ ਇਹਦੇ ਕੋਲ, ਠੀਕ ਹੈ, ਕਿ ਜਿਹੜਾ ਅੱਜ ਦੁੱਧ ਖਰੀਦ ਰਿਹਾ ਹੈ ਤਾਂ ਸ਼ਾਮ ਨੂੰ ਵੇਚ ਕੇ ਕੱਲ੍ਹ ਨੂੰ ਦੁਬਾਰੇ ਉਹੀ ਪੈਸੇ ਦਾ ਇਹ ਜਿਹੜਾ ਹੈਗਾ ਦੁੱਧ ਖਰੀਦ ਕੇ ਦੁਬਾਰੇ ਵੇਚੂਗਾ। ਇਹਦੀ ਰੋਜ਼ਮर्रा ਦੀ ਜ਼ਿੰਦਗੀ ਜਿਹੜੀ ਹੈਗੀ ਹੈ ਰੂਟੀਨ ਹੈਗੀ ਜਿਹੜੀ ਇੱਦਾਂ ਹੀ ਚੱਲਦੀ ਹੈ, ਰੋਜੀ ਰੋਟੀ ਇਹਦੀ ਇੱਦਾਂ ਹੀ ਚੱਲਦੀ ਹੈ, ਠੀਕ ਹੈ। ਤਾਂ ਇਹਦੇ ਵਾਸਤੇ ਕੀ ਹੈ, ਇਹਨੇ ਸਵੇਰੇ ਮੰਨ ਲਓ ਦੁੱਧ ਬਾਈ ਕੀਤਾ, ਇੱਥੇ ਮਾਰਨਿੰਗ ਲਿਖ ਦਿੰਦੇ ਹਾਂ, ਇੱਥੇ ਲਿਖ ਦਿੰਦੇ ਹਾਂ ਈਵਨਿੰਗ। ਤਾਂ ਈਵਨਿੰਗ ਤੱਕ ਇਹਦੇ ਵਾਸਤੇ ਸੈੱਲ ਕਰਨਾ ਜ਼ਰੂਰੀ ਹੈ ਇਹ ਦੁੱਧ ਜਿਹੜਾ ਹੈਗਾ, ਠੀਕ ਹੈ। ਇਹਦੇ ਦੋ ਕਾਰਨ ਨੇ, ਇੱਕ ਤਾਂ ਇਹਦੇ ਕੋਲ ਪੈਸੇ ਘੱਟ ਨੇ, ਦੂਜੀ ਗੱਲ ਇਹਦੇ ਕੋਲ ਹੈਗੀ ਹੈ ਕਿ ਇਹਦੇ ਕੋਲ ਰੱਖਣ ਵਾਸਤੇ ਹੌਸਲਾ ਵੀ ਨਹੀਂ ਹੈਗਾ ਜਾਂ ਆਪਾਂ ਕਹਿ ਸਕਦੇ ਹਾਂ ਕਿ ਕੋਈ ਇਨਫਰਾਸਟ੍ਰਕਚਰ ਨਾ ਹੋਵੇ, ਠੀਕ ਹੈ, ਕਿ ਇਹ ਰੱਖ ਸਕੇ ਦੁੱਧ ਨੂੰ। ਤਾਂ ਇਹਦੀ ਪ੍ਰਾਇੋਰਟੀ ਹੋਊਗੀ ਕਿ ਮੈਂ ਸਵੇਰੇ ਦੁੱਧ ਲੈ ਕੇ ਸ਼ਾਮ ਨੂੰ ਵੇਚ ਦੇਣਾ। ਕਈ ਵਾਰ ਕੀ ਹੋ ਸਕਦਾ ਕਿ ਮਾਰਕੀਟ ਦੇ ਵਿੱਚ ਦੁੱਧ ਇੰਨਾ ਜ਼ਿਆਦਾ ਆ ਜਾਵੇ ਕਿ ਜਿਹੜੇ ਰੇਟ 'ਤੇ ਇਹਨੇ ਖਰੀਦਿਆ ਸੀਗਾ ਤੇ ਉਹ ਰੇਟ 'ਤੇ ਉਹ ਸੈੱਲ ਨਾ ਹੋ ਪਾਵੇ ਤੇ ਮਾਰਕੀਟ ਦੇ ਪ੍ਰਾਈਸ ਡਾਊਨ ਆ ਜਾਏ ਦੁੱਧ ਦੀ। ਮੰਨ ਲਓ ਇਹਨੇ ਖਰੀਦਿਆ ਸੀਗਾ 30 ਰੁਪਏ, ਵੇਚਣਾ ਸੀ ਇਹਨੇ 40 ਰੁਪਏ ਤੇ ਪ੍ਰਾਈਸ ਆ ਗਈ ਕਿਸੇ ਕਾਰਨ 25 ਤੇ। ਤਾਂ ਜਿੰਨਾ ਇਹਦਾ ਉੱਪਰ ਵਿਕਿਆ ਜਿੰਨਾ ਬਚ ਗਿਆ ਤਾਂ ਇਹਨੂੰ ਸਾਰਾ ਦਾ ਸਾਰਾ ਇੱਥੇ ਲਾਸ ਦੇ ਵਿੱਚ ਵੇਚਣਾ ਮਜਬੂਰੀ ਹੈ ਇਹਦੀ, ਠੀਕ ਹੈ, ਇਸ ਤਰ੍ਹਾਂ ਸਮਝੋ ਇਹਨੂੰ। ਤੇ ਹੁਣ ਜਿਹੜਾ ਦੂਜਾ ਬੰਦਾ ਹੈਗਾ ਉੱਥੇ ਚੱਲਦੇ ਹਾਂ। ਇਸ ਬੰਦੇ ਕੋਲ ਥੋੜ੍ਹਾ ਜਿਹਾ ਹੋਰ ਆਪਾਂ ਕਹਿ ਸਕਦੇ ਹਾਂ ਕਿ ਐਜ ਹੈਗਾ ਕਿ ਇਹਦੇ ਨਾਲੋਂ ਫਾਈਨੈਂਸ਼ੀਅਲੀ ਵੀ ਸਟਰੋਂਗ ਹੈ ਤੇ ਇਹਦਾ ਬਿਜ਼ਨਸ ਵੀ ਥੋੜ੍ਹਾ ਜਿਹਾ ਬੜਾ ਹੈ। ਤਾਂ ਇਹ ਕੀ ਕਰੂਗਾ, ਦੁੱਧ ਵੀ ਵੇਚੂਗਾ, ਜਿਹੜਾ ਬਾਈ ਕੀਤਾ ਉਹਨੂੰ ਸੈੱਲ ਵੀ ਕਰੂਗਾ ਸ਼ਾਮ ਤੱਕ, ਕੋਸ਼ਿਸ਼ ਕਰੂਗਾ ਜੇ ਵਿਕਦਾ ਚੰਗੀ ਗੱਲ ਹੈ, ਨਹੀਂ ਵਿਕਦਾ ਤਾਂ ਇਹਦੇ ਕੋਲ ਇੱਕ ਹੋਰ ਆਪਸ਼ਨ ਹੈਗੀ ਹੈ, ਤਾਂ ਇਹ ਕਰਡ ਵੀ ਬਣਾ ਸਕਦਾ, ਦਹੀਂ ਵੀ ਇਹਦਾ ਬਣਾ ਸਕਦਾ ਹੈ, ਠੀਕ ਹੈ। ਜੇ ਨਹੀਂ ਦੁੱਧ ਵਿਕ ਰਿਹਾ, ਸਸਤਾ ਲੋਕ ਮੰਗ ਰਹੇ ਨੇ, ਤਾਂ ਇਹ ਦਹੀਂ ਜਮਾ ਦੂਗਾ, ਦਹੀਂ ਦੇ ਵਿੱਚੋਂ ਆਪਣਾ ਪ੍ਰੋਫਿਟ ਜਨਰੇਟ ਕਰਨ ਦੀ ਕੋਸ਼ਿਸ਼ ਕਰੂਗਾ। ਤੇ ਪਰ ਇਹਦੇ ਵਾਸਤੇ ਵੀ ਇੱਕ ਲਿਮਿਟ ਹੈਗੀ ਹੈ ਕਿ ਦਹੀਂ ਵੀ ਜਿਹੜੀ ਹੈਗੀ ਹੈ 5-7 ਦਿਨ ਵੱਧ ਤੋਂ ਵੱਧ ਰੱਖ ਸਕਦਾ ਹੈ, ਉਦੋਂ ਬਾਅਦ ਨਹੀਂ ਰੱਖ ਸਕਦਾ ਤੇ ਹੋ ਸਕਦਾ ਉਸ ਤੋਂ ਵੀ ਘੱਟ ਟਾਈਮ ਰੱਖ ਸਕਦਾ ਹੋਵੇ ਨਾ। ਤਾਂ ਇੱਥੇ ਵੀ ਇਹਨੂੰ ਸੈਲਿੰਗ ਇਹਦੀ ਮਜਬੂਰੀ ਹੋ ਜੂਗੀ ਜੇ ਨਹੀਂ ਇਹਦਾ ਦਹੀਂ ਜਿਹੜਾ ਹੈਗਾ ਉਹ ਵਿਕ ਰਿਹਾ। ਤੇ ਹੁਣ ਤੀਜੇ ਬੰਦੇ ਕੋਲ ਚੱਲਦੇ ਹਾਂ। ਇਹਦੇ ਕੋਲੇ ਹੋਰ ਵੀ ਜ਼ਿਆਦਾ ਐਜ ਹੈਗਾ ਕਿ ਇਹਦਾ ਬਿਜ਼ਨਸ ਹੋਰ ਵੀ ਬੜਾ ਹੈਗਾ ਜਾਂ ਇਹ ਸਮਝਦਾਰ ਬੰਦਾ ਹੈ, ਕੁਝ ਵੀ ਕਹਿ ਸਕਦੇ ਉਹਨੂੰ। ਤਾਂ ਇਹ ਜਿਹੜਾ ਬਾਏ ਕਰੂਗਾ ਉਹਨੂੰ ਸੈੱਲ ਵੀ ਕਰੂਗਾ ਸੇਮ ਡੇ ਦੇ ਵਿੱਚ। ਇਹਦੇ ਕੋਲੇ ਕਾਰਡ ਬਣਾਉਣ ਦੀ ਵੀ ਆਪਣੀ ਕਪੈਸਿਟੀ ਹੈਗੀ ਹੈ। ਜੇ ਕਾਰਡ ਵੀ ਇਹਨੂੰ ਲੱਗਦਾ ਕਿ ਕੁਝ ਮੈਂ ਕਾਰਡ ਬਣਾ ਲੂੰਗਾ, ਬਾਕੀ ਦਾ ਮੈਂ ਘੀ ਬਣਾ ਕੇ ਰੱਖ ਸਕਦਾ, ਠੀਕ ਹੈ, ਇਹ ਫੈਸਿਲਿਟੀ ਵੀ ਹੈਗੀ ਹੈ ਮੰਨ ਲਓ ਇਹਦੇ ਕੋਲ। ਤਾਂ ਇਹਦੇ ਕੋਲ ਹੁਣ 2-3 ਆਪਸ਼ਨ ਆ ਗਈਆਂ, ਇੱਥੇ ਵੀ ਵੇਚ ਸਕਦਾ ਇਹ, ਇੱਥੇ ਵੀ ਵੇਚ ਸਕਦਾ ਇਹ। ਤੇ ਜੇ ਜ਼ਿਆਦਾ ਹੀ ਮੰਦੀ ਆ ਗਈ ਤਾਂ ਇਹ ਘੀ ਜਿਹੜਾ ਹੈਗਾ ਇਹਨੂੰ ਰੱਖੂਗਾ, ਕਿਉਂਕਿ ਘੀ ਜਿਹੜਾ ਹੈਗਾ ਖਰਾਬ ਨਹੀਂ ਹੋਣ ਵਾਲਾ ਹੈਗਾ, ਠੀਕ ਹੈ। ਤਾਂ ਜਦੋਂ ਰੇਟ ਉੱਪਰ ਆਊਗਾ ਉਦੋਂ ਘੀ ਆਪਣਾ ਇਹ ਵੇਚ ਦੂਗਾ, ਇੱਥੇ ਘੀ ਬਣਾ ਕੇ ਰੱਖਦਾ ਰਹੂਗਾ ਜਿੰਨਾ ਇਹਦੇ ਕੋਲ ਪੈਸਾ ਹੋਊਗਾ ਕੈਪੈਸਿਟੀ ਦੇ ਹਿਸਾਬ 'ਤੇ। ਤਾਂ ਇਹ ਸਾਰੇ ਦਾ ਸਾਰਾ ਤੁਹਾਨੂੰ ਕਨਸੈਪਟ ਕਲੀਅਰ ਹੋ ਗਿਆ। ਤਾਂ ਹੁਣ ਇਹਨੂੰ ਮੈਂ ਕੋਰਿਲੇਟ ਕਰਦਾ ਮਾਰਕੀਟ ਦੇ ਵਿੱਚ ਕਿ ਮਾਰਕੀਟ ਦੇ ਵਿੱਚ ਕੀ ਹੁੰਦਾ ਹੈ। ਤਾਂ ਮਾਰਕੀਟ ਦੇ ਵਿੱਚ ਮੋਟੇ ਤੌਰ 'ਤੇ ਆਪਾਂ ਤਿੰਨ ਮੰਨਦੇ ਹਾਂ। ਇੱਕ ਆਪਾਂ ਮੰਨਦੇ ਹਾਂ ਕਿ ਇੰਟਰਾ ਡੇ ਜਿਹੜਾ ਹੈਗਾ ਕਿ ਇੰਟਰਾਡੇ ਕੰਮ ਕਰਦਾ ਕੋਈ ਬੰਦਾ, ਇੱਕ ਬੰਦਾ ਹੈਗਾ ਸਵਿੰਗ ਟਰੇਡਰ ਹੈਗਾ ਤੇ ਇੱਕ ਬੰਦਾ ਹੈਗਾ, ਚਾਹੇ ਤੁਸੀਂ ਇਹਨੂੰ ਇਨਵੈਸਟਰ ਕਹਿ ਸਕਦੇ ਹੋ, ਚਾਹੇ ਤੁਸੀਂ ਇਹਨੂੰ ਲੌਂਗ ਟਰਮ ਦਾ ਟਰੇਡਰ ਕਹਿ ਸਕਦੇ ਹੋ, ਲੌਂਗ ਟਰਮ ਟਰੇਡਰ, ਇਹਨੂੰ ਤੁਸੀਂ ਸ਼ਾਰਟ ਟਰਮ ਦਾ ਟਰੇਡਰ ਵੀ ਕਹਿ ਸਕਦੇ ਹੋ, ਸਵਿੰਗ ਟਰੇਡਰ ਵੀ ਕਹਿ ਸਕਦੇ ਹੋ, ਠੀਕ ਹੈ। ਇਹ ਇੱਕੋ ਹੀ ਚੀਜ਼ ਹੈਗੀ ਸਾਰੇ ਸਾਰੇ। ਤੇ ਇਹਨਾਂ ਦਾ ਸੁਣੋ ਹੁਣ ਤੁਸੀਂ, ਜਿਹੜਾ ਇੰਟਰਾਡੇ ਵਾਲਾ ਹੈ ਤਾਂ ਇਹਨੇ ਜਿਹੜਾ ਸਵੇਰੇ ਸ਼ੇਅਰ ਖਰੀਦ ਰਿਹਾ ਸ਼ਾਮ ਨੂੰ ਇਹਨੂੰ ਸੈੱਲ ਕਰਨਾ ਪਊਗਾ, ਮਜਬੂਰੀ ਹੈ ਇਹਦੀ, ਠੀਕ ਹੈ। ਉਹ ਦੁੱਧ ਵਾਲਾ ਤਾਂ ਹਜੇ ਮਾੜਾ ਮੋਟਾ ਰੱਖ ਵੀ ਸਕਦਾ, ਇਹਦਾ ਰੂਲ ਹੈ
ਇੰਟਰਾਡੇ ਟ੍ਰੇਡਿੰਗ ਦਾ। ਇੰਟਰਾਡੇ ਟ੍ਰੇਡਰ ਉਹੀ ਹੋਊਗਾ ਜਿਹੜਾ ਸਵੇਰੇ ਬਾਏ ਕਰਕੇ ਤੇ ਈਵਨਿੰਗ ਤੱਕ ਉਹਨੂੰ ਮਾਰਕੀਟਿੰਗ ਦੀ ਕਲੋਜ਼ਿੰਗ ਤੱਕ ਉਹਨੂੰ ਸੈੱਲ ਕਰੂਗਾ, ਚਾਹੇ ਇਹਨੂੰ ਇਹਦੇ ਵਿੱਚੋਂ ਪ੍ਰੋਫਿਟ ਹੋਵੇ ਚਾਹੇ ਇਹਨੂੰ ਇਹਦੇ ਵਿੱਚੋਂ ਹੋਵੇ ਲਾਸ। ਠੀਕ ਹੈ, ਇਹ ਇਹਦਾ ਰੂਲ ਹੈ, ਥੰਬ ਰੂਲ ਹੈ ਇੰਟਰਾਡੇ ਟ੍ਰੇਡਿੰਗ ਦਾ। ਤੇ ਇਹ ਕੀ ਕਰੂਗਾ, ਇਹਨੇ ਮੰਨ ਲਓ ਬਾਏ ਕੀਤਾ 100 ਰੁਪਏ ਤੇ ਕੋਈ ਸਟਾਕ ਤੇ ਇਹਨੇ ਟਾਰਗੇਟ ਆਪਦਾ ਲਾ ਲਿਆ ਕਿ ਮੈਂ 110 ਰੁਪਏ ਤੇ ਜਦੋਂ ਆ ਗਿਆ ਉਦੋਂ ਨਿਕਲ ਜਾਣਾ। ਤੇ ਨੀਚੇ ਇਹ ਇੱਕ ਸਟਾਪ ਲਾਸ ਲਾਊਗਾ। ਇਹ ਜ਼ਰੂਰੀ ਨਹੀਂ ਇਹ ਚੀਜ਼ਾਂ ਜਿਹੜੀਆਂ ਮੈਂ ਦੱਸ ਰਿਹਾ। ਸਟਾਪ ਲਾਸ ਲਾਊਗਾ, ਮੰਨ ਲਓ ਇਹ ਅਗਰ ਇਹਨੇ 10 ਰੁਪਏ ਦਾ ਟਾਰਗੇਟ ਰੱਖਿਆ ਤਾਂ 3 ਜਾਂ 4 ਰੁਪਏ ਦਾ, ਆਪਾਂ 3 ਰੁਪਏ ਦਾ ਮੰਨ ਲੈਂਦੇ ਹਾਂ ਕਿ 3 ਰੁਪਏ ਦਾ ਇਹਨੇ ਸਟਾਪ ਲਾਸ ਲਾਤਾ। ਠੀਕ ਹੈ, ਤਾਂ ਹੁਣ ਜੇ ਮਾਰਕੀਟ ਦਾ ਵਿੱਚ ਸਟਾਕ ਦਾ ਰੇਟ ਉੱਪਰ ਜਾ ਰਿਹਾ, ਇਹਦਾ ਟਾਰਗੇਟ ਆ ਗਿਆ, ਤਾਂ ਇਹਨੂੰ ਇੱਥੇ ਐਗਜ਼ਿਟ ਕਰਨਾ ਬਣਦਾ ਹੈਗਾ, ਜਾਂ ਇਹ ਜਿਹੜਾ ਸਟਾਪ ਲਾਸ ਹੈ ਇਹਨੂੰ ਟ੍ਰੇਲ ਕਰਦਾ ਜਾਵੇ, ਜਿਵੇਂ ਕੱਲ੍ਹ ਦੱਸਿਆ ਸੀ ਕਿ ਉੱਪਰ ਕਰਦਾ ਜਾਵੇ, ਜਿੱਥੇ ਹਿੱਟ ਹੋ ਗਿਆ ਉੱਥੇ ਨਿਕਲ ਜੂਗਾ। ਠੀਕ ਹੈ, ਇਹ ਜ਼ਰੂਰੀ ਹੈ ਇਹਦੇ ਵਾਸਤੇ। ਜੇ ਨੀਚੇ ਆ ਗਿਆ ਟ੍ਰੇਡ ਸਟਾਪ ਲਾਸ ਤੇ ਇੱਥੇ ਆ ਗਿਆ, ਤਾਂ ਫਿਰ ਇਹਦਾ 97 ਤੇ ਜਿਹੜਾ ਸੀਗਾ ਤਾਂ ਇੱਥੇ ਇਹਦਾ ਸਟਾਪ ਲਾਸ ਹੈ, ਤਾਂ ਇਹਨੂੰ ਇੱਥੇ ਸੈੱਲ ਕਰਕੇ ਨਿਕਲਣਾ ਚਾਹੀਦਾ ਹੈ। ਇਹ ਇਹਦਾ ਇੱਕ ਰੂਲ ਹੈ ਜਿਹੜਾ ਮੈਂ ਕਹਿੰਦਾ ਕਿ ਥੰਬ ਰੂਲਸ ਹੁੰਦੇ ਨੇ, ਸਾਨੂੰ ਬਣਾਉਣੇ ਚਾਹੀਦੇ ਨੇ। ਤੇ ਲੋਕ ਪਰ ਇਹਨੂੰ ਫੋਲੋ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ ਤੁਹਾਨੂੰ ਮੈਂ ਦੱਸਦਾ। ਅਗਰ ਫੋਲੋ ਕਰ ਰਹੇ ਨੇ ਤਾਂ ਠੀਕ ਹੈ, ਇੱਕ ਟ੍ਰੇਡ 'ਚੋਂ ਲਾਸ ਹੋ ਗਿਆ, ਦੂਜੇ 'ਚੋਂ ਪ੍ਰੋਫਿਟ ਹੋ ਜਾਊਗਾ। ਠੀਕ ਹੈ, ਤੇ ਜੇ ਮੰਨ ਲਓ ਨੇ 100 ਰੁਪਏ ਤੇ ਖਰੀਦਿਆ, ਟਾਰਗੇਟ ਉਹਦਾ 110 ਦਾ ਸੀ, ਸਟਾਕ ਪਰ ਨੀਚੇ ਚਲਾ ਗਿਆ 97 ਤੇ, ਇਹਨੇ ਇੱਕ ਵਾਰ ਸੈੱਲ ਕਰਤਾ ਮੰਨ ਲਓ ਇੱਥੇ, ਤੇ ਸਟਾਕ ਜਿਹੜਾ ਹੈਗਾ 95 ਤੇ ਜਾਣ ਤੋਂ ਬਾਅਦ ਦੁਬਾਰਾ ਰਿਵਰਸ ਹੋ ਕੇ 110 ਤੇ ਚਲਾ ਗਿਆ, ਤਾਂ ਹੁਣ ਇਹ ਰਿਗਰੈਟ ਕਰੂਗਾ। ਦੇਖੋ ਵੀ ਯਾਰ ਮੈਂ ਤਾਂ ਐਵੇਂ ਹੀ ਵੇਚਦਾ, 2 ਰੁਪਏ ਤਾਂ ਨੀਚੇ ਗਿਆ ਸੀਗਾ ਜੀ। ਠੀਕ ਹੈ, ਤਾਂ ਉੱਪਰ ਤਾਂ ਆਈ ਗਿਆ ਸਟਾਕ, ਕਿ ਮੈਂ ਇਹ ਗਲਤੀ ਕੀਤੀ ਹੈ। ਇਹ ਇੱਥੇ ਇਮੋਸ਼ਨਸ ਇਹਦੇ ਹੁਣ ਬੰਦੇ ਦੇ ਅਟੈਚ ਹੋਣ ਲੱਗੇ ਸਟਾਕ ਮਾਰਕੀਟ ਦੇ ਵਿੱਚ, ਜਿਹੜੇ ਮੈਂ ਕਹਿੰਦਾ ਕਿ ਇਮੋਸ਼ਨਸ ਨਹੀਂ ਹੋਣੇ ਚਾਹੀਦੇ। ਠੀਕ ਹੈ, ਤਾਂ ਹੁਣ ਇੱਕ ਵਾਰ ਇਹਨੇ ਗਲਤੀ ਕਰ ਲਈ, ਇਹਨੂੰ ਲੱਗ ਰਿਹਾ ਵੈਸੇ ਇਹਨੇ ਗਲਤੀ ਨਹੀਂ ਕੀਤੀ ਸੀ, ਉਹ ਸਹੀ ਸੀਗਾ ਰੂਲ ਦੇ ਅਕੋਰਡਿੰਗ। ਅਗਲੀ ਵਾਰੀ ਇਹਨੇ ਲਿਆ ਟ੍ਰੇਡ 110 ਦਾ, ਉਹ ਆਇਆ 97 ਤੇ, ਤਾਂ ਹੁਣ ਇਹ ਇੱਥੇ ਸੈੱਲ ਨਹੀਂ ਕਰੂਗਾ, ਕਿਉਂਕਿ ਇਹਨੂੰ ਲੱਗ ਰਿਹਾ ਕਿ ਇਹ ਤਾਂ ਪਹਿਲਾਂ ਵੀ 95 ਤੇ ਆ ਗਿਆ ਸੀ, ਹੁਣ ਦੁਬਾਰਾ ਇਹ 110 ਤੇ ਜਾਊਗਾ। ਤਾਂ ਇਹ ਆ ਵੀ ਸਕਦਾ ਇਹਦਾ 110 ਰੇਟ, ਤੇ ਹੋ ਸਕਦਾ ਉਹ ਉਸ ਤੋਂ ਵੀ ਨੀਚੇ ਜਾ ਕੇ 90 ਤੇ ਖੜ ਜੇ, ਤੇ ਉਸ ਤੋਂ ਵੀ ਜਾ ਕੇ ਨੀਚੇ ਉਹ 80 ਤੇ ਚਲਾ ਜਾਵੇ, 50 ਤੇ ਚਲਾ ਜਾਵੇ, ਕਿਤੇ ਵੀ ਜਾ ਸਕਦਾ ਸਟਾਕ, ਕਿਉਂਕਿ ਸਟਾਕ ਮਾਰਕੀਟ ਹੈ, ਅਨਸਰਟੇਨਟੀ ਹੈ। ਤਾਂ ਇਹ ਜਿਹੜਾ ਹੈਗਾ, ਇਹ ਬੰਦੇ ਇੱਥੇ ਫਸ ਜਾਂਦੇ ਨੇ ਜਿਹੜੇ ਬੰਦੇ ਇਮੋਸ਼ਨਸ ਦੇ ਨਾਲ ਟ੍ਰੇਡ ਕਰਦੇ ਨੇ। ਠੀਕ ਹੈ, ਇੰਟਰਾਡੇ ਵਾਲੇ ਦੀ ਉਹ ਦੱਸ ਰਿਹਾ, ਜਿਵੇਂ ਵੀਡੀਓ ਲੰਮੀ ਹੋ ਜੂਗੀ, ਸਾਰੀ ਦੀ ਸਾਰੀ ਦੇਖ ਲਿਓ, ਸਾਰੇ ਤਿੰਨਾਂ ਦੀ ਦੱਸੂਗਾ ਤੁਹਾਨੂੰ ਮੈਂ। ਠੀਕ ਹੈ, ਤਾਂ ਇਹ ਇਮੋਸ਼ਨ ਜਦੋਂ ਬੰਦੇ ਦੇ ਵਿੱਚ ਆ ਜਾਂਦੇ ਨੇ ਤਾਂ ਬੰਦਾ ਫਿਰ ਫਸ ਜਾਂਦਾ ਹੈ ਹਾਈ ਲੈਵਲ ਦੇ ਉੱਤੇ। ਠੀਕ ਹੈ, ਤੇ ਇਹ ਹੋ ਗਿਆ ਸੀ ਇੰਟਰਾਡੇ ਵਾਲੇ ਦਾ ਕਿ ਉਹਨੂੰ ਕੀ ਰੂਲ ਜਿਹੜੇ ਹੈਗੇ ਅਪਣਾਉਣੇ ਚਾਹੀਦੇ ਆ ਆਪਣੀ ਟ੍ਰੇਡਿੰਗ ਦੇ ਵਿੱਚ। ਉਸ ਤੋਂ ਬਾਅਦ ਆ ਗਿਆ ਸਵਿੰਗ ਟ੍ਰੇਡਰ। ਤਾਂ ਸਵਿੰਗ ਟ੍ਰੇਡਰ ਦੇਖੋ, ਸ਼ਾਰਟ ਟਰਮ ਦਾ ਸਵਿੰਗ ਟ੍ਰੇਡਰ ਵੀ ਹੋ ਸਕਦਾ ਹੈ, ਲੌਂਗ ਟਰਮ ਦਾ ਵੀ ਹੋ ਸਕਦਾ ਹੈ। ਇਹ ਵੀ ਤੁਹਾਨੂੰ ਥੋੜ੍ਹਾ ਜਿਹਾ ਮੈਂ ਦੱਸ ਹੀ ਦੂੰਗਾ ਹੁਣੀ। ਤਾਂ ਸ਼ਾਰਟ ਟਰਮ ਦਾ ਜਿਹੜਾ ਸਵਿੰਗ ਟ੍ਰੇਡਰ ਹੈ ਉਹ ਕੀ ਕਰੂਗਾ, ਆਪਾਂ ਨੂੰ ਪਤਾ ਕਿ ਮਾਰਕੀਟ ਜਿਹੜੀ ਹੈਗੀ ਦੇਖੋ ਇਸ ਤਰ੍ਹਾਂ ਸਟਾਕ ਚੱਲਦੇ ਨੇ। ਠੀਕ ਹੈ, ਤਾਂ ਹੁਣ ਜਿਹੜਾ ਇੱਕ ਸਵਿੰਗ ਟ੍ਰੇਡਰ ਹੈਗਾ, ਅਗਰ ਸ਼ਾਰਟ ਟਰਮ ਦਾ ਸਵਿੰਗ ਟ੍ਰੇਡਰ ਹੈ, ਉਹ ਮੰਨ ਲਓ 5-7 ਦਿਨ ਉਹਨੇ ਰੱਖਣਾ, ਪੋਜੀਸ਼ਨਲ ਟ੍ਰੇਡਰ ਵੀ ਕਹਿ ਸਕਦੇ ਉਹਨੂੰ, ਕੁਝ ਵੀ ਕਹਿ ਲਓ। ਜਿਹੜਾ ਆਪਾਂ ਨੇ ਮੰਨ ਲਓ ਅੱਜ ਬਾਏ ਕਰ ਲਿਆ, ਸ਼ਾਮ ਤੱਕ ਅਸੀਂ ਸੈੱਲ ਨਹੀਂ ਕੀਤਾ, ਉਹ ਅਸੀਂ ਉਹਨੂੰ ਪੋਜੀਸ਼ਨਲ ਟ੍ਰੇਡ ਕਹਿ ਦਿੰਦੇ ਹਾਂ, ਕਿ ਅਸੀਂ ਪੋਜੀਸ਼ਨ ਜਿਹੜੀ ਹੈਗੀ ਹੈ, ਪੋਜੀਸ਼ਨ ਆਪਣੀ ਸਟਾਕ ਦੇ ਵਿੱਚ ਬਣਾ ਲਈ, ਜਾਂ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਡਿਲੀਵਰੀ ਜਿਹੜੀ ਹੈਗੀ ਹੈ ਸਟਾਕ ਦੀ ਇਹਨੇ ਲੈ ਲਈ। ਠੀਕ ਹੈ, ਤਾਂ ਹੁਣ ਇਹਦੇ ਵਿੱਚ ਕੁਝ ਰੂਲਸ ਹੈਗੇ ਆ, ਉਹ ਤੁਹਾਨੂੰ ਮੈਂ ਦੱਸ ਦਿੰਦਾ ਕਿ ਆਪਾਂ ਅੱਜ ਬਾਏ ਕੀਤਾ ਤਾਂ ਸਾਡੇ ਡੀਮੈਟ ਅਕਾਊਂਟ ਦੇ ਵਿੱਚ T2 ਕਹਿੰਦੇ ਨੇ ਇਹਨੂੰ। ਠੀਕ ਹੈ, T2 ਮਤਲਬ ਟ੍ਰੇਡਿੰਗ ਤੋਂ 2 ਦਿਨ ਬਾਅਦ। ਅਗਰ ਮੈਂ ਅੱਜ ਬਾਏ ਕੀਤਾ ਤਾਂ ਮੇਰੇ ਅਕਾਊਂਟ ਦੇ ਵਿੱਚ ਇਹ ਜਿਹੜਾ ਸਟਾਕ ਹੈਗਾ, ਇੱਕ ਦਿਨ ਹੋਰ ਛੱਡ ਕੇ ਇੱਕ ਦਿਨ ਉਸ ਤੋਂ ਅਗਲਾ। ਠੀਕ ਹੈ, ਤਾਂ ਤੀਜੇ ਦਿਨ ਮੇਰੇ ਅਕਾਊਂਟ ਦੇ ਵਿੱਚ ਇਹ ਡੀਮੈਟ ਦੇ ਵਿੱਚ ਆਊਗਾ, ਤੇ ਮੈਂ ਲੀਗਲੀ ਤਾਂ ਉਦੋਂ ਹੀ ਵੇਚ ਸਕਦਾ ਜਦੋਂ ਮੇਰੇ ਡੀਮੈਟ ਦੇ ਵਿੱਚ ਆ ਗਿਆ। ਠੀਕ ਹੈ, ਇਹਦੀ ਕੀ ਆਪਾਂ ਨੂੰ ਜੇ ਆਪਾਂ ਪਹਿਲਾਂ ਵੇਚ ਦਈਏ, ਮੰਨ ਲਓ ਆਪਾਂ ਨੇ ਅੱਜ ਖਰੀਦਿਆ ਤੇ ਕੱਲ੍ਹ ਨੂੰ ਵੇਚਤਾ, ਤੇ ਇਹਦੇ ਵਿੱਚ ਸਾਡਾ ਰਿਸਕ ਬਹੁਤ ਬੜਾ ਹੁੰਦਾ। ਉਹ ਮੈਂ ਤੁਹਾਨੂੰ ਬਾਅਦ ਦੇ ਵਿੱਚ ਸਮਝਾਊਂਗਾ ਕੀ ਹੁੰਦਾ। ਅਜੇ ਤੁਸੀਂ ਰੂਲਸ ਦੇ ਅਕੋਰਡਿੰਗ ਚੱਲੋਗੇ, ਜਿਹੜੇ ਰੂਲਸ ਹੈਗੇ ਆ। ਕਈ ਲੋਕ BTST ਕਰਦੇ ਆ ਕਿ ਬਾਏ ਅੱਜ ਕੀਤਾ ਕੱਲ੍ਹ ਨੂੰ ਕੀਤਾ, ਸੈੱਲ ਉਹ ਅਲੱਗ ਚੀਜ਼ ਹੈਗੀ, ਉਹ ਮੈਂ ਬਾਅਦ ਸਮਝਾਉਣਾ। ਇਹਦਾ ਦੇਖੋ ਹੁਣ ਤੁਸੀਂ ਵੀ ਇਹ ਸਵਿੰਗ ਦੇ ਵਿੱਚ ਟ੍ਰੇਡ ਜਿਹੜਾ ਆਪਣਾ ਸਟਾਕ ਜਿਹੜਾ ਹੈਗਾ ਉੱਪਰ ਜਾ ਰਿਹਾ ਹੈ, ਤਾਂ ਜਿਹੜਾ ਸਵਿੰਗ ਟ੍ਰੇਡਰ ਹੈਗਾ ਜਿਹੜਾ ਉਹ ਇਸ ਤਰ੍ਹਾਂ ਟ੍ਰੇਡ ਕਰਦਾ ਹੁੰਦਾ ਹੈ ਕਿ ਇਹ ਸਵਿੰਗ ਹੈਗੇ ਜਿਹੜੇ ਇੱਥੋਂ ਲੈ ਕੇ ਇੱਥੇ ਤੱਕ ਗਿਆ, ਇਹ ਇੱਕ ਸਵਿੰਗ ਆ ਗਿਆ, ਇੱਥੋਂ ਨੀਚੇ ਆਇਆ ਇਹ ਦੂਜਾ ਆ ਗਿਆ, ਇਸ ਤੋਂ ਉੱਪਰ ਆਇਆ ਤੀਜਾ ਆ ਗਿਆ, ਇਹ ਆ ਗਿਆ ਚੌਥਾ, ਇਹ ਆ ਗਿਆ ਪੰਜਵਾਂ। ਇਸ ਤਰ੍ਹਾਂ ਇਹ ਮਾਰਕੀਟ ਚੱਲਦੀ ਹੈਗੀ ਹੈ। ਠੀਕ ਹੈ, ਇਹ ਸਵਿੰਗ ਦਾ ਮਤਲਬ ਹੁੰਦਾ ਕਿ ਜਿਵੇਂ ਆਪਾਂ ਕਹਿੰਦੇ ਨਾ ਕਿ ਝੂਲਾ, ਵੀ ਕਦੇ ਇੱਧਰ ਨੂੰ ਆਉਂਦਾ ਕਦੇ ਇੱਧਰ ਨੂੰ ਜਾਂਦਾ, ਫਿਰ ਇੱਧਰ ਨੂੰ ਆਉਂਦਾ ਫਿਰ ਇੱਧਰ ਨੂੰ ਜਾਂਦਾ, ਜਿਵੇਂ ਝੂਲਾ ਝੂਲਦੇ ਆ ਉਹਨੂੰ ਸਵਿੰਗ, ਉੱਥੋਂ ਸਵਿੰਗ ਲਿਆ ਹੋਇਆ ਇਹ। ਠੀਕ ਹੈ, ਤਾਂ ਸਵਿੰਗ ਟ੍ਰੇਡ ਇੱਦਾਂ ਚੱਲਦਾ ਰਹਿੰਦਾ। ਸਵਿੰਗ ਜਿਹੜਾ ਟ੍ਰੇਡਰ ਹੈਗਾ ਇੱਦਾਂ ਉਹ ਕੰਮ ਕਰੂਗਾ। ਮੰਨ ਲਓ ਉਹਨੇ ਕੀ ਕੀਤਾ, ਉਹਨੂੰ ਲੱਗਿਆ ਕਿ ਸਟਾਕ ਜਿਹੜਾ ਹੈਗਾ ਅਪ ਟ੍ਰੈਂਡ ਦੇ ਵਿੱਚ ਹੈਗਾ, ਤਾਂ ਮੈਂ ਇੱਥੇ ਬਾਏ ਕਰਾਂ, ਇੱਥੇ ਸੈੱਲ ਕਰ ਦੇਵਾਂ, ਇੱਥੇ ਫੇਰ ਬਾਏ ਕਰਾਂ, ਇੱਥੇ ਫੇਰ ਸੈੱਲ ਕਰ ਦੇਵਾਂ,
ਫਿਰ ਇੱਥੇ ਬਾਈ ਕਰਕੇ ਫਿਰ ਇੱਥੇ ਸੈੱਲ ਕਰ ਦੇਣਾ, ਠੀਕ ਹੈ। ਤਾਂ ਇਹ ਦੇਖਣ ਨੂੰ ਆਪਾਂ ਨੂੰ ਬਹੁਤ ਵਧੀਆ ਲੱਗਦੀ ਚੀਜ਼ ਕਿ ਯਾਰ ਇਹ ਤਾਂ ਸਾਰਾ ਪ੍ਰੋਫਿਟ ਵਾਲਾ ਹੀ ਕੰਮ ਹੈ। ਤਾਂ ਇਹਦੇ ਵਿੱਚ ਦੇਖੋ ਰੂਲਸ ਕੀ ਹੋਣੇ ਉਹਦੇ, ਪਹਿਲਾਂ ਰੂਲਸ ਦੇਖ ਲਓ। ਰੂਲਸ ਉਹਦੇ ਹੋਣਗੇ, ਅਗਰ ਉਹਨੇ ਇੱਥੇ ਬਾਈ ਕੀਤਾ ਹੈ, ਇਹ ਉਹਦਾ ਟਾਰਗੇਟ ਹੈਗਾ ਮੰਨ ਲਓ, ਠੀਕ ਹੈ, ਤਾਂ ਇੱਥੇ ਉਹਦੇ ਵਾਸਤੇ ਵੀ ਸਟਾਪ ਲਾਸ ਲਾਉਣਾ ਜ਼ਰੂਰੀ ਹੈ ਨੀਚੇ, ਜਿਹੜਾ ਇੱਕ ਸ਼ਾਰਟ ਟਰਮ ਦਾ ਸਵਿੰਗ ਟ੍ਰੇਡਰ ਹੈਗਾ ਚਾਹੇ ਲੌਂਗ ਟਰਮ ਦਾ, ਠੀਕ ਹੈ। ਸਟਾਪ ਲਾਸ ਤਾਂ ਉਹਨੂੰ ਵੀ ਜ਼ਰੂਰੀ ਹੈ। ਤੇ ਇਹਦਾ ਥੋੜ੍ਹਾ ਜਿਹਾ ਡੀਪ ਹੋ ਜੂ, ਕਿਉਂਕਿ ਇਹਨੇ ਬਾਏ ਮੰਨ ਲਓ ਕੀਤਾ 100 ਤੇ, ਕਿਉਂਕਿ ਇਹ ਜਿਹੜਾ ਸਵਿੰਗ ਬਣਦੇ ਹੁੰਦੇ ਨੇ ਇਹ ਇੱਕ ਦਿਨ ਦੇ ਵਿੱਚ ਨਹੀਂ ਬਣਦੇ। ਜੇ ਤਾਂ ਆਪਾਂ ਛੋਟੀ ਕੈਂਡਲ ਦਾ ਲਾਇਆ ਹੋਇਆ ਤਾਂ ਇੱਕ ਦਿਨ ਦੇ ਵਿੱਚ ਵੀ ਬਣ ਸਕਦੇ ਨੇ, ਪਰ ਉਹ ਤਾਂ ਫਿਰ ਇੰਟਰਾਡੇ ਵਾਲੀ ਹੋ ਗਿਆ ਕੰਮ, ਠੀਕ ਹੈ। ਤੇ ਇਹ ਜਿਹੜਾ ਹੈਗਾ ਆਪਾਂ ਇਹ ਮੰਨਦੇ ਹਾਂ ਵੀ 3 ਜਾਂ 4 ਦਿਨ ਦੇ ਵਿੱਚ ਸਟਾਕ ਇੱਥੇ ਆਇਆ, ਫਿਰ 8-10 ਦਿਨ 'ਚ ਇੱਥੇ ਚਲਾ ਗਿਆ, ਫਿਰ ਇੱਥੇ ਆਇਆ, ਐਵੇਂ ਚੱਲਦਾ ਹੁੰਦਾ। ਤਾਂ ਇਹਦਾ ਟਾਰਗੇਟ ਵੀ ਜਿਹੜਾ ਹੈ ਬੜਾ ਹੋਊਗਾ। ਇਹ ਮੰਨ ਲਓ 120 ਰੁਪਏ ਦਾ ਇਹਨੇ ਟਾਰਗੇਟ ਰੱਖਿਆ ਕਿ ਇੱਥੇ ਮੈਂ 120 ਤੇ ਵੇਚੂੰਗਾ, ਤੇ ਪਰ ਇਹਨੇ ਸਟਾਪ ਲਾਸ ਵੀ ਲਾਇਆ। ਅਗਰ ਇਹਦਾ ਟਾਰਗੇਟ ਬੜਾ ਤਾਂ ਸਟਾਪ ਲਾਸ ਵੀ ਇਹਦਾ ਬੜਾ ਹੋਊਗਾ। ਇਹ ਮੰਨ ਲਓ 95 ਤੇ, ਠੀਕ ਹੈ, ਜਾਂ 90 ਤੇ ਵੀ ਲਾ ਸਕਦਾ, ਠੀਕ ਹੈ। ਆਪਾਂ ਮੰਨ ਕੇ ਚੱਲਦਾ ਕਿ 95 ਤੇ ਇਹਨੇ ਵੀ ਲਾ ਲਿਆ। ਤਾਂ ਹੁਣ ਇਹਦੇ ਵਾਸਤੇ ਵੀ ਜ਼ਰੂਰੀ ਹੈ, ਅਗਰ ਇਹਦਾ ਟਾਰਗੇਟ 120 ਹੈ, ਅਗਰ ਸਟਾਕ ਉੱਪਰ ਨੂੰ ਨਾ ਜਾ ਕੇ ਨੀਚੇ ਨੂੰ ਚਲਾ ਗਿਆ ਤਾਂ ਇਹਨੂੰ ਵੀ ਇੱਥੇ ਐਗਜ਼ਿਟ ਲੈਣਾ ਜ਼ਰੂਰੀ ਹੈ ਐਜ਼ ਪਰ ਦੀ ਰੂਲਸ। ਇਹਦੇ ਵਿੱਚ ਵੀ ਸੇਮ ਚੀਜ਼ ਆਉਂਦੀ ਹੈ ਕਿ ਲੋਕ ਫਸਦੇ ਕਿਵੇਂ ਨੇ, ਉਹੀ ਕਿ ਸਟਾਕ ਜਿਹੜਾ ਹੈਗਾ ਇਹਨਾਂ ਦਾ ਸਟਾਪ ਲਾਸ ਖਾ ਕੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਹੋਰ ਨੀਚੇ ਗਿਆ 90 ਤੇ ਜਾ ਕੇ, ਤੇ ਉਸ ਤੋਂ ਬਾਅਦ ਦੂਜੇ ਤੀਜੇ ਦਿਨ ਉਹ ਦੁਬਾਰੇ 120 ਤੇ ਚਲਾ ਗਿਆ। ਤਾਂ ਇਹ ਵੀ ਬੰਦੇ ਇੱਥੇ ਇਮੋਸ਼ਨਸ ਦੇ ਵਿੱਚ ਫਸ ਜਾਂਦੇ ਨੇ ਫਿਰ ਕਿ ਯਾਰ ਆਪਾਂ ਨੇ ਤਾਂ ਐਵੇਂ ਵੇਚਦਾ, ਉੱਪਰ ਵੇਚਣਾ ਸੀਗਾ ਆਪਣੇ ਦਾ ਸਟਾਕ ਇਹ, ਹੈ ਨਾ। ਤਾਂ ਦੇਖੋ ਇਮੋਸ਼ਨਸ ਜਿਹੜੇ ਹੈਗੇ ਸਾਨੂੰ ਕਿਵੇਂ ਸਟਕ ਕਰਵਾਉਂਦੇ ਨੇ ਸਟਾਕਸ ਦੇ ਵਿੱਚ, ਇਹ ਸਮਝ ਲਓ, ਠੀਕ ਹੈ। ਇਹ ਹੋ ਗਿਆ ਇੱਕ ਸਵਿੰਗ ਟ੍ਰੇਡਰ। ਇਹ ਸ਼ਾਰਟ ਟਰਮ ਦਾ ਵੀ ਹੋ ਸਕਦਾ, ਲੌਂਗ ਟਰਮ ਦਾ ਵੀ ਹੋ ਸਕਦਾ। ਲੌਂਗ ਟਰਮ ਦੇ ਸਵਿੰਗ ਕਿੱਦਾਂ ਬਣਦੇ ਨੇ ਉਹ ਮੈਂ ਤੁਹਾਨੂੰ ਜਦੋਂ ਚਾਰਟ ਤੇ ਚਲਾ ਗਿਆ ਉਦੋਂ ਦੱਸੂਗਾ। ਤੇ ਹੁਣ ਆਪਾਂ ਆ ਜਾਂਦੇ ਹਾਂ, ਇਹ ਜਿਹੜਾ ਹੈਗਾ ਇਨਵੈਸਟਰ ਜਿਹੜਾ ਲਾਸਟ ਵਾਲਾ ਸੀਗਾ, ਤਾਂ ਇਹਨੇ ਕੀ ਕਰਨਾ, ਇੱਥੇ ਮੰਨ ਲਓ ਇਹਨੇ ਮਾਰਕੀਟ ਇੱਦਾਂ ਹੀ ਚੱਲੂਗੀ, ਫਿਰ ਨੀਚੇ ਆਊਗੀ, ਫਿਰ ਉੱਪਰ ਜਾਊਗੀ, ਫਿਰ ਨੀਚੇ ਆਊਗੀ, ਫਿਰ ਉੱਪਰ ਜਾਊਗੀ। ਤਾਂ ਇਹ ਜਿਹੜੇ ਬੰਦਾ ਹੈਗਾ ਮੰਨ ਲਓ ਇਹਨੇ ਇੱਥੇ ਸਟਾਕ ਬਾਈ ਕੀਤਾ ਕੋਈ, ਤੇ ਇਹਨੇ ਇਹ ਛੇਤੀ ਟਾਰਗੇਟ ਨਹੀਂ ਆਪਣੇ ਰੱਖਦੇ ਹੁੰਦੇ, ਠੀਕ ਹੈ। ਜਿਹੜੇ ਇਨਵੈਸਟਰ ਹੁੰਦੇ ਨੇ ਉਹਨਾਂ ਦੀ ਮੈਂ ਗੱਲ ਕਰ ਰਿਹਾ, ਪਿਓਰ ਇਨਵੈਸਟਰ ਨੇ ਜਿਹੜੇ, ਇਹਨਾਂ ਦਾ ਕੋਈ ਇਹ ਨਹੀਂ ਹੁੰਦਾ ਕਿ ਮੈਂ ਇੱਥੇ ਜਾ ਕੇ ਮੰਨ ਲਓ ਇਹਨੇ 100 ਰੁਪਏ ਤੇ ਲਿਆ ਤਾਂ ਇਹਦਾ ਕੋਈ 150 ਦਾ ਕੋਈ ਟਾਰਗੇਟ ਹੋ ਜਾਊਗਾ, ਤੇ ਜਾਂ ਇਹਦਾ 200 ਦਾ ਟਾਰਗੇਟ ਹੋ ਜਾਊਗਾ। ਇਹ ਉਦੋਂ ਤੱਕ ਸਟਾਕਸ ਦੇ ਵਿੱਚ ਬਣਿਆ ਰਹੂਗਾ ਜਦੋਂ ਮੈਂ ਤੁਹਾਨੂੰ ਕੱਲ੍ਹ ਦੱਸਿਆ ਸੀਗਾ ਕਿ ਜ਼ਿਆਦਾ ਬਿਜ਼ਨਸ ਜਿਹੜਾ ਹੈਗਾ ਸਟਾਕ ਇਹਦਾ ਕੰਪਨੀ ਦਾ ਉਹ ਖਰਾਬ ਹੋ ਜਾਵੇ, ਜਾਂ ਮੈਨੇਜਮੈਂਟ ਕੋਈ ਗੜਬੜੀ ਕਰ ਦੇਵੇ, ਤੇ ਜਾਂ ਫਿਰ ਇਹਨੂੰ ਖੁਦ ਨੂੰ ਨੀਡ ਹੋਵੇ ਪੈਸੇ ਦੀ, ਤਾਂ ਇਹ ਐਗਜ਼ਿਟ ਕਰੂਗਾ, ਅਦਰਵਾਈਜ਼ ਐਗਜ਼ਿਟ ਨਹੀਂ ਕਰੂਗਾ। ਉਹਨੂੰ ਹੀ ਆਪਾਂ ਇੱਕ ਪਿਓਰ ਇਨਵੈਸਟਰ ਮੰਨਾਂਗੇ ਜਿਹੜਾ ਇਹਨਾਂ ਰੂਲਸ ਨੂੰ ਫੋਲੋ ਕਰੂਗਾ ਆਪਣੇ ਨੂੰ, ਠੀਕ ਹੈ। ਤਾਂ ਇਹਦੇ ਵਾਸਤੇ ਬੈਨੀਫਿਟ ਕੀ ਹੈਗਾ, ਦੇਖੋ ਇਹਦੇ ਵਾਸਤੇ ਬੈਨੀਫਿਟ ਇਹ ਹੈਗਾ ਕਿ ਇਹਨੇ ਜਿਵੇਂ ਉਹ ਦਹੀਂ ਵਾਲਾ ਬੰਦਾ ਸੀਗਾ, ਠੀਕ ਹੈ, ਤਾਂ ਉਹ ਤਾਂ ਇਹ ਤਾਂ ਕੰਮ ਕਰੂਗਾ ਨਹੀਂ ਜਿਹੜਾ ਇਹ ਪਿਓਰ ਹੈ। ਅਗਰ ਉਹ ਫਲੈਕਸੀਬਲ ਹੈਗਾ ਕਿ ਇਹ ਇੱਕ ਇੰਟਰਾਡੇ ਵੀ ਕਰਦਾ ਹੈਗਾ, ਨਾਲ ਨਾਲ ਇਹ ਸਵਿੰਗ ਟ੍ਰੇਡ ਵੀ ਕਰਦਾ ਹੈਗਾ, ਤੇ ਇਹ ਇਨਵੈਸਟਮੈਂਟ ਵੀ ਕਰਦਾ ਹੈਗਾ, ਠੀਕ ਹੈ। ਅਗਰ ਇਹ ਤਿੰਨੇ ਕੰਮ ਕਰ ਰਿਹਾ ਤਾਂ, ਨਹੀਂ ਤਾਂ ਇਹਦਾ ਪਿਓਰ ਤਾਂ ਕੰਮ ਸਿਰਫ ਇਨਵੈਸਟਮੈਂਟ ਕਰਨਾ ਹੀ ਹੈ। ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਬੰਦਾ ਤਿੰਨੋਂ ਹੀ ਕੰਮ ਕਰਦਾ ਹੋਵੇ, ਠੀਕ ਹੈ। ਤੇ ਅਗਰ ਇਹਨੂੰ ਇੰਟਰਾਡੇ ਦੇ ਵਿੱਚ ਵਧੀਆ ਪ੍ਰੋਫਿਟ ਮਿਲ ਗਿਆ, ਕੋਈ ਇਦਾਂ ਦਾ ਸਟਾਕ ਹੈ ਜਿਹੜਾ ਇਹਨੇ ਲੌਂਗ ਟਰਮ ਵਾਸਤੇ ਨਹੀਂ ਰੱਖਣਾ, ਤੇ 110 ਤੇ ਚਲਾ ਗਿਆ, ਹੋ ਸਕਦਾ ਇਹਨੂੰ ਵੇਚ ਦੇਵੇ, ਪਰ ਇਹ ਜਲਦੀ ਨੀਚੇ ਜਿਹੜਾ ਸਟਾਪ ਲਾਸ ਹੈਗਾ ਜਲਦੀ ਨਹੀਂ ਰਹੂਗਾ। ਜਿਹੜਾ ਪਿਓਰ ਇਨਵੈਸਟਰ ਹੋਊਗਾ ਉਹ, ਤੇ ਜਿਹੜਾ ਸਾਰੇ ਕੰਮ ਕਰਦਾ ਹੈ ਉਹ ਸਟਾਕ ਤੇ ਡਿਪੈਂਡ ਕਰਦਾ ਹੋਊਗਾ, ਕਿਉਂਕਿ ਕੁਝ ਸਟਾਕਸ ਇਦਾਂ ਦੇ ਹੁੰਦੇ ਨੇ ਜਿਹੜੇ ਅਸੀਂ ਬਹੁਤ ਲਾਈਫ ਟਾਈਮ ਵਾਸਤੇ ਵੀ ਕਹਿ ਸਕਦੇ ਹਾਂ ਕਿ ਲਾਈਫ ਟਾਈਮ ਵਾਸਤੇ ਰੱਖਣੇ ਨੇ, ਤੇ ਕੁਝ ਸਟਾਕਸ ਇਦਾਂ ਦੇ ਹੋ ਸਕਦੇ ਕਿ ਸਾਨੂੰ ਲੱਗੇ ਕਿ 50% ਸਾਨੂੰ ਪੈਸਾ ਮਿਲ ਗਿਆ ਤਾਂ ਅਸੀਂ ਨਿਕਲ ਜਾਵਾਂਗੇ। ਕੁਝ ਸਟਾਕਸ ਹੋਣਗੇ ਜਿਹੜੇ ਸਾਨੂੰ 2 ਗੁਣਾ ਜਾਂ 3 ਗੁਣਾ ਮੁਨਾਫਾ ਦੇਣਗੇ, ਅਸੀਂ ਉਦੋਂ ਨਿਕਲ ਜਾਵਾਂਗੇ। ਇਹ ਸਟਾਕਸ ਦੀ ਨੇਚਰ ਤੇ ਹੈ, ਡਿਪੈਂਡ ਕਰਦਾ ਹੈ, ਆਪਾਂ ਅੱਗੇ ਗੱਲਾਂ ਕਰਾਂਗੇ, ਠੀਕ ਹੈ। ਤੇ ਤੁਸੀਂ ਅਸੀਂ ਕਨਸੈਪਟ ਸਮਝੋ ਸਿਰਫ ਕਿ ਇਹ ਬੰਦੇ ਦੇ ਵਾਸਤੇ ਬੈਨੀਫਿਟ ਕੀ ਹੈਗਾ। ਤੇ ਇਹਨੇ ਜਿਹੜੇ ਪਿਓਰ ਇਨਵੈਸਟਰ ਹੈ ਜਿਹੜਾ ਇਹ ਸਟਾਪ ਲਾਸ ਕਦੇ ਵੀ ਨਹੀਂ ਲਾਊਗਾ। ਅਗਰ ਇਹਦਾ ਰੇਟ ਇੱਥੇ ਮੁੜ ਕੇ ਦੁਬਾਰੇ ਮੰਨ ਲਓ 125 ਤੇ ਆ ਗਿਆ 150 ਤੋਂ, ਤਾਂ ਵੀ ਇਹ ਘਬਰਾਊਗਾ ਨਹੀਂ, ਕਿਉਂਕਿ ਇਹਨੂੰ ਪਤਾ ਸਟਾਕ ਦੀ ਸਟਰੈਂਥ ਕੀ ਹੈ। ਤੇ ਉਸ ਤੋਂ ਬਾਅਦ 200 ਤੇ ਜਾਊਗਾ ਤਾਂ ਵੀ ਇਹਦਾ ਪ੍ਰੋਫਿਟ ਹੋ ਗਿਆ। ਨੀਚੇ ਮੰਨ ਲਓ ਇਹ 200 ਤੋਂ 175 ਆ ਗਿਆ ਤਾਂ ਵੀ ਘਬਰਾਊਗਾ ਨਹੀਂ, ਉੱਪਰ ਜਾਂਦਾ ਰਹੂਗਾ। ਜਦੋਂ ਤੁਹਾਨੂੰ ਮੈਂ ਦੱਸਿਆ ਕਿ ਪਿਓਰ ਇਨਵੈਸਟਰ ਦੀ ਗੱਲ ਕਰ ਰਿਹਾ ਮੈਂ ਇਸ ਟਾਈਮ ਤੇ, ਠੀਕ ਹੈ। ਤੇ ਜੇ ਦੂਜੇ ਹੈਗੇ ਕਿ ਨਾਲ ਨਾਲ ਸਵਿੰਗ ਕਰਦਾ ਤਾਂ ਉਹ ਆਪਣੇ ਹਿਸਾਬ ਨਾਲ ਬੁੱਕ ਕਰਦਾ ਰਹੂਗਾ, ਠੀਕ ਹੈ। ਤੇ ਹੁਣ ਇਹਦੇ ਵਾਸਤੇ ਹੋਰ ਵੀ ਬੈਨੀਫਿਟ ਕੀ ਹੈਗਾ, ਮੰਨ ਲਓ ਇਹਨੇ ਸਟਾਕ ਦੇ ਉੱਤੇ ਇੰਨੀ ਰਿਸਰਚ ਕਰ ਲਈ, ਕਿਉਂਕਿ ਇਦਾਂ ਦੇ ਜਿਹੜੇ ਬੰਦੇ ਹੁੰਦੇ ਆ ਇਹ ਵਾਲੇ, ਇਹ ਪੂਰੀ ਰਿਸਰਚ ਕਰਨ ਤੋਂ ਬਾਅਦ ਹੀ ਸਟਾਕ ਨੂੰ ਹੱਥ ਪਾਉਂਦੇ ਨੇ, ਅਦਰਵਾਈਜ਼ ਇਹ ਸਟਾਕ ਦੇ ਵਿੱਚ ਟ੍ਰੇਡਿੰਗ ਤਾਂ ਕਰ ਸਕਦੇ ਨੇ ਪਰ ਉਹਦੇ 'ਚ ਇਨਵੈਸਟਿੰਗ ਨਹੀਂ ਕਰਨਗੇ, ਠੀਕ ਹੈ। ਤੇ ਮੰਨ ਲਓ ਇਹਨੇ ਪੂਰੀ ਰਿਸਰਚ ਕੀਤੀ ਹੈ, ਸਾਰਾ ਕੁਝ ਇਹਨੂੰ ਪਤਾ ਹੈ, ਸਟਾਕ 200 ਰੁਪਏ ਤੇ ਚਲਾ ਗਿਆ ਸੀਗਾ, ਤੇ ਮੁੜ ਕੇ ਮਾਰਕੀਟ ਦੇ ਕਰਕੇ ਜਾਂ ਸਟਾਕ ਦੇ ਵਿੱਚ ਕੋਈ ਟੈਂਪਰੇਰੀ ਇਸ਼ੂ ਆ ਗਿਆ, ਉਹਦੇ ਕਰਕੇ ਅਗਰ ਇਹਦੀ ਬਾਇੰਗ ਪ੍ਰਾਈਸ ਤੋਂ ਵੀ ਨੀਚੇ ਮੰਨ ਲਓ ਚਲਾ ਗਿਆ, ਇਹ 50 ਰੁਪੀਸ ਤੇ ਵੀ ਗਿਆ, ਤੇ ਇਹਦੇ ਵਾਸਤੇ ਤਾਂ ਇਹ ਇੱਕ ਗੋਲਡਨ ਓਪਰਚੁਨਿਟੀ ਹੈਗੀ ਹੈ ਕਿ ਜਿਹੜੇ ਸਟਾਕ ਨੂੰ ਇਹ 100-125 ਤੇ ਲੈਣ ਨੂੰ ਫਿਰਦਾ ਸੀ ਉਹ ਇਹਨੂੰ 50 ਰੁਪਏ ਤੇ ਮਿਲ ਰਿਹਾ ਹੈ।
ਤਾਂ 50 ਤੇ ਆਪਣੀ ਜਿਹੜੀ ਕੁਆਂਟੀਟੀ ਹੈਗੀ ਆ, ਅਗਰ ਇਹਨੇ ਵਧਾਉਣੀ ਹੋਊਗੀ ਤਾਂ ਹੋਰ ਵਧਾ ਲੂਗਾ। ਜੇ ਇਹਨੇ ਕੁਆਂਟੀਟੀ ਨਹੀਂ ਵੀ ਵਧਾਉਣੀ ਤਾਂ ਵੀ ਇਹ ਘਬਰਾਊਗਾ ਨਹੀਂ, ਸਟਾਕ ਚੋਂ ਨਿਕਲੂਗਾ ਨਹੀਂ, ਕਿਉਂਕਿ ਇਹਨੂੰ ਸਟਰੈਂਥ ਪਤਾ ਹੈਗਾ ਮਾਰਕੀਟ ਦੇ ਕਾਰਨ। ਜਿਵੇਂ ਹੁਣ ਮਾਰਕੀਟ ਦੀ ਸਿਚੁਏਸ਼ਨ ਹੈਗੀ ਕਿ ਸਾਰੇ ਸਟਾਕ ਨੀਚੇ ਆ ਗਏ, ਤਾਂ ਇਹ ਵੀ ਸਟਾਕ ਇਹਦਾ ਨੀਚੇ ਆ ਗਿਆ, ਪਰ ਇਹ ਘਬਰਾਊਗਾ ਨਹੀਂ। ਇਹ ਦੁਬਾਰਾ ਸਟਾਕ ਉੱਪਰ ਜਾ ਕੇ ਉੱਪਰ ਜਾਂਦਾ ਰਹੂਗਾ। ਇੱਥੇ 300 400 500 ਹੋ ਸਕਦਾ 1000 ਤੱਕ ਵੀ ਜਾਵੇ, ਠੀਕ ਹੈ। ਨਿਕਲੂਗਾ ਕਦੋਂ, ਤੁਹਾਨੂੰ ਮੈਂ ਦੱਸਦਾ ਇਹਦੇ ਰੂਲਸ ਕੀ ਨੇ, ਠੀਕ ਹੈ। ਤਾਂ ਇਸ ਤਰ੍ਹਾਂ ਆਪਾਂ ਸਟਾਕ ਮਾਰਕੀਟ ਦੇ ਵਿੱਚ ਕੰਮ ਕਰ ਸਕਦੇ ਹਾਂ। ਤੇ ਇੱਕ ਇਹਦੇ ਵਿੱਚ ਰਹਿ ਗਈ ਥੋੜੀ ਜਿਹੀ ਸਕੈਲਪਿੰਗ ਵਾਲੀ, ਕਿ ਸਕੈਲਪਿੰਗ ਕੀ ਹੁੰਦੀ ਹੈ। ਸਕੈਲਪਿੰਗ ਜਿਹੜੀ ਹੈਗੀ ਹੈ ਇਹ ਇੱਕ ਨਵਾਂ ਟ੍ਰੈਂਡ ਚੱਲਿਆ। ਇਹਦੇ ਵਿੱਚ ਕੀ ਹੁੰਦਾ ਕਿ ਮੰਨ ਲਓ ਮੈਂ 50 ਰੁਪਏ ਤੇ ਕੋਈ ਸਟਾਕ ਬਾਈ ਕੀਤਾ, ਤਾਂ ਜੇ 50 ਰੁਪਏ 50 ਪੈਸੇ ਤੇ ਚਲਾ ਗਿਆ ਤਾਂ ਇੱਥੇ ਹੀ ਇਹਨੂੰ ਸੈੱਲ ਕਰ ਦਿੰਦੇ ਨੇ, ਠੀਕ ਹੈ। ਵੱਧ ਤੋਂ ਵੱਧ 60 ਪੈਸੇ 70 ਪੈਸੇ ਐਵੇਂ ਕੰਮ ਕਰਦੇ ਨੇ ਇਹ ਸਿਰਫ, ਠੀਕ ਹੈ। ਇਹ ਕੋਈ ਬੜੇ ਟਾਰਗੇਟ ਨਹੀਂ ਰੱਖਦੇ। ਅਗਰ ਇਹਨਾਂ ਦੀ ਬਾਇੰਗ ਪ੍ਰਾਈਸ ਤੋਂ ਨੀਚੇ ਆਉਂਦਾ ਉਹ 20 ਪੈਸੇ 30 ਪੈਸੇ ਜਿੰਨਾ ਵੀ ਇਹਨਾਂ ਨੇ ਸਟਾਪ ਲਾਸ ਲਾਇਆ ਹੋਊਗਾ ਤਾਂ ਇਹ ਨਿਕਲ ਜਾਂਦੇ ਹੁੰਦੇ ਨੇ ਇੱਥੋਂ, ਠੀਕ ਹੈ। ਤਾਂ ਸਕੈਲਪਿੰਗ ਜਿਹੜੀ ਹੈਗੀ ਹੈ ਇਹ ਇੱਕ ਬਹੁਤ ਜ਼ਿਆਦਾ ਧਿਆਨ ਮੰਗਦੀ ਹੈ ਜਦੋਂ ਆਪਾਂ ਟ੍ਰੇਡਿੰਗ ਕਰਦੇ ਹਾਂ, ਕਿ ਹਰ ਸੈਕਿੰਡ ਦਾ ਸਾਨੂੰ ਮੂਵਮੈਂਟ ਦੇ ਉੱਤੇ ਨਜ਼ਰ ਰੱਖਣੀ ਪੈਂਦੀ ਹੈ, ਕਿਉਂਕਿ 50 ਪੈਸੇ 60 ਪੈਸੇ ਦਾ ਸਟਾਕ ਉਹ ਮੂਵਮੈਂਟ ਮਾਰਦੇ ਰਹਿੰਦੇ ਨੇ। ਤੇ ਦੂਜੀ ਗੱਲ ਇਹਦੇ ਵਿੱਚ ਪੈਸਾ ਜਿਹੜਾ ਹੈਗਾ ਬਹੁਤ ਜ਼ਿਆਦਾ ਜਿਹੜਾ ਹੈਗਾ ਬਲਕ ਦੇ ਵਿੱਚ ਚਾਹੀਦਾ ਸਾਡੇ ਕੋਲ, ਕਿਉਂਕਿ ਕੁਆਂਟੀਟੀ ਜਿਹੜੀ ਹੈਗੀ ਹੈ ਕੁਆਂਟੀਟੀ ਬਹੁਤ ਜ਼ਿਆਦਾ ਲੈਣੀ ਪਊਗੀ, ਤਾਂ ਹੀ ਸਾਨੂੰ 50 ਪੈਸੇ 60 ਪੈਸੇ ਦੇ ਨਾਲ ਪ੍ਰੋਫਿਟ ਜਿਹੜਾ ਹੈਗਾ ਉਹ ਹੋਊਗਾ। ਤੇ ਉਸ ਹਿਸਾਬ ਦੇ ਨਾਲ ਇਹਨਾਂ ਦਾ 20 ਪੈਸੇ 25 ਪੈਸੇ ਦੇ ਨਾਲ ਜਦੋਂ ਸਟਾਪ ਲਾਸ ਹੁੰਦਾ ਉਦੋਂ ਵੀ ਇਹਨਾਂ ਦਾ ਪੈਸਾ ਜਿਹੜਾ ਹੈਗਾ ਕਾਫੀ ਚਲਾ ਜਾਂਦਾ ਹੈ, ਠੀਕ ਹੈ। ਤੇ ਇਸ ਕਰਕੇ ਇਹਨੂੰ ਬਹੁਤ ਜਿਹੜੇ ਐਕਸਪਰਟ ਬੰਦੇ ਹੈਗੇ ਆ ਉਹੀ ਆਪਣਾ ਟਰਾਈ ਕਰਦੇ ਆ ਸਕੈਲਪਿੰਗ ਨੂੰ। ਆਮ ਬੰਦੇ ਦੇ ਵੱਸ ਦਾ ਰੋਗ ਨਹੀਂ, ਇੰਟਰਾਡੇ ਵੀ ਜਿਹੜਾ ਹੈਗਾ ਆਮ ਬੰਦੇ ਦੇ ਵੱਸ ਦਾ ਰੋਗ ਨਹੀਂ, ਕਿਉਂਕਿ ਇਮੋਸ਼ਨਸ ਜਿਹੜੇ ਹੈਗੇ ਆ ਇਮੋਸ਼ਨਸ ਸਾਡੇ ਇੱਥੇ ਵਿੱਚ ਆ ਜਾਂਦੇ ਨੇ, ਜਿਹੜਾ ਸਾਡਾ ਵੱਡਾ ਲਾਸ ਦਾ ਕਾਰਨ ਬਣਦੇ ਨੇ, ਠੀਕ ਹੈ। ਜੇ ਤੁਸੀਂ ਨੇ ਇੰਟਰਾਡੇ ਕਰਨਾ ਹੈ, ਕੁਝ ਵੀ ਕਰਨਾ ਹੈ, ਤਾਂ ਤੁਹਾਨੂੰ ਆਪਣੇ ਰੂਲਸ ਜਿਹੜੇ ਹੈਗੇ ਉਹਨਾਂ ਨੂੰ ਫੋਲੋ ਕਰਨਾ ਪਊਗਾ। ਤੇ ਇਸ ਦੇ ਰੂਲਸ ਫੋਲੋ ਕਰਨ ਦੇ ਬਾਵਜੂਦ ਵੀ ਤੁਹਾਨੂੰ ਇੱਕ ਆਪਣੇ ਆਪ ਤੇ ਇੱਕ ਐਕਸਪੈਰੀਮੈਂਟ ਕਰਨਾ ਚਾਹੀਦਾ ਕਿ ਤੁਸੀਂ ਮੰਨ ਲਓ ਤੁਹਾਡੇ ਕੋਲ 1 ਲੱਖ ਰੁਪਇਆ ਤੁਹਾਡੇ ਕੋਲ ਅਗਰ ਹੈਗਾ 1 ਲੱਖ ਰੁਪਇਆ ਤੁਹਾਡੇ ਕੋਲ ਅਗਰ ਹੈਗਾ, ਤਾਂ ਤੁਸੀਂ ਇਹਨੂੰ ਐਂ ਕਰ ਸਕਦੇ ਹੋ ਕਿ 25000 ਹੈ ਜਿਹੜਾ ਉਹਨੂੰ ਇੱਕ ਇਨਵੈਸਟਰ ਦੇ ਤੌਰ ਤੇ ਜਾਂ ਲੌਂਗ ਟਰਮ ਟ੍ਰੇਡਰ ਦੇ ਤੌਰ ਤੇ ਯੂਜ਼ ਕਰੋ, ਠੀਕ ਹੈ। ਤੇ ਜਿਹੜਾ ਬਾਕੀ ਦਾ 75 ਹੈਗਾ ਉਹਨੂੰ ਤੁਸੀਂ ਇੰਟਰਾਡੇ ਦੇ ਵਿੱਚ ਯੂਜ਼ ਕਰੋ। ਅਗਰ ਤੁਸੀਂ ਨੇ ਦੇਖਣਾ ਚਾਹੁੰਦੇ ਹੋ ਤਾਂ ਬਸ ਮੈਂ ਇਹ ਸਲਾਹ ਨਹੀਂ ਦੇ ਰਿਹਾ, ਮੈਂ ਤਾਂ ਕਿਉਂਕਿ ਮੈਂ ਤਾਂ ਇੰਟਰਾਡੇ ਸਕੈਲਪਿੰਗ ਫਿਊਚਰ ਆਪਸ਼ਨ ਇਹਨਾਂ ਦੇ ਤਾਂ ਮੈਂ ਸਿਰੇ ਤੋਂ ਖਾਰਜ ਕਰਦਾ, ਕਿਉਂਕਿ ਇਹਨਾਂ ਦੇ ਵਿੱਚ ਲਾਸ ਹੋਣ ਦਾ ਬਹੁਤ ਖਤਰਾ ਹੈ। ਉਹ ਤੁਹਾਨੂੰ ਮੈਂ ਦੱਸਦਾ ਹੁਣ ਕਿਵੇਂ ਖਤਰਾ ਹੈ, ਠੀਕ ਹੈ। ਇਹ ਤੁਸੀਂ ਇੱਕ ਲੌਂਗ ਟਰਮ ਦੀ ਇਨਵੈਸਟਮੈਂਟ ਕਰ ਦਿਓ, ਬਾਕੀ ਨਾਲ ਤੁਸੀਂ ਇੰਟਰਾਡੇ ਕਰੋ। ਤਾਂ ਇਹਦੇ ਵਿੱਚ ਕੀ ਹੈ ਕਿ ਤੁਹਾਡੀ ਸਕਿੱਲ ਦੇ ਉੱਤੇ ਡਿਪੈਂਡ ਕਰਦਾ ਹੁਣ ਕਿ ਤੁਸੀਂ ਕਿੰਨਾ ਇੰਟਰਾਡੇ 'ਚੋਂ ਪੈਸਾ ਕਮਾ ਸਕਦੇ ਹੋ। ਤੇ ਤੁਸੀਂ ਇਹਨੂੰ ਕੰਪੇਅਰ ਕਰ ਸਕਦੇ ਹੋ 6 ਮਹੀਨੇ ਸਾਲ ਬਾਅਦ ਕਿ ਇਹ ਜਿਹੜਾ ਤੁਸੀਂ ਪੈਸਾ ਲਾਇਆ ਸੀ ਇਹਨੇ ਤੁਹਾਨੂੰ ਟੋਟਲ ਕਿੰਨੀ ਰਿਟਰਨ ਦਿੱਤੀ। ਇੱਧਰ ਤੁਹਾਡੇ ਸਟਾਪ ਲਾਸ ਵੀ ਹੋਣਗੇ, ਤੁਹਾਡੇ ਟਾਰਗੇਟ ਵੀ ਅਚੀਵ ਹੋਣਗੇ। ਤੇ ਇਹਦੇ ਸਾਰੇ ਦਾ ਲੇਖਾ ਜੋਖਾ ਜਦੋਂ ਤੁਸੀਂ ਲਾਓਗੇ ਤਾਂ 99% ਬੰਦੇ ਜਿਹੜੇ ਹੈਗੇ ਆ ਇੱਥੇ ਲਾਸ ਦੇ ਵਿੱਚ ਰਹਿਣਗੇ ਉਹ ਐਜ਼ ਕੰਪੇਅਰ ਟੂ ਇਹ ਸਟ੍ਰੈਟਜੀ ਦੇ, ਠੀਕ ਹੈ। ਇਹ ਤੁਸੀਂ ਆਪਣੇ ਆਪ ਕਰਕੇ ਦੇਖ ਸਕਦੇ ਹੋ, ਕਿਉਂਕਿ ਸਟਾਪ ਲਾਸ ਬਹੁਤ ਹਿੱਟ ਹੋਣਗੇ। ਅਗਰ ਤੁਸੀਂ ਸਟਾਪ ਲਾਸ ਨਹੀਂ ਲਾਓਗੇ ਜਾਂ ਤੁਸੀਂ ਇਮੋਸ਼ਨਸ ਦੇ ਵਿੱਚ ਆਓਗੇ ਤਾਂ ਹੋ ਸਕਦਾ ਕੋਈ ਸਟਾਕ ਇੱਦਾਂ ਦਾ ਹੋਵੇ ਤੁਹਾਡੀ ਬਾਇੰਗ ਪ੍ਰਾਈਸ ਤੋਂ 20% 25% 30% ਨੀਚੇ ਚਲੇ ਜਾਵੇ, ਲਾਸ ਤੁਹਾਡਾ ਵਾਈਡ ਹੋ ਜਾਵੇ, ਠੀਕ ਹੈ। ਤਾਂ ਇਮੋਸ਼ਨਸ ਨੂੰ ਆਪਾਂ ਨੇ ਕੰਟਰੋਲ ਕਰਨਾ। ਮੈਨੂੰ ਲੱਗਦਾ ਹੈ ਕਾਫੀ ਕੁਝ ਆਪਾਂ ਨੇ ਸਮਝ ਲਿਆ। ਵੀਡੀਓ ਲੰਮੀ ਬਹੁਤ ਹੋ ਗਈ, ਸੋ ਵੀਡੀਓ ਦੇ ਵਿੱਚ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਇਹ ਤੁਹਾਨੂੰ ਸਮਝ ਪਏਗੀ ਸਾਰੀ ਗੱਲ ਜਾਂ ਨਹੀਂ ਪਈ। ਇਹਦੇ ਉੱਤੇ ਆਪਾਂ ਡਿਟੇਲ ਨਾਲ ਅੱਗੇ ਫਰਦਰ ਗੱਲ ਕਰਾਂਗੇ। ਮੈਂ ਪ੍ਰੂਫ ਦੇ ਨਾਲ ਤੁਹਾਨੂੰ ਦੱਸੂਗਾ ਕਿ ਜਿਹੜਾ ਇੱਕ ਲੌਂਗ ਟਰਮ ਦਾ ਟ੍ਰੇਡਰ ਜਿਹੜਾ ਹੈਗਾ ਜਾਂ ਇਨਵੈਸਟਰ ਜਿਹੜਾ ਹੈਗਾ ਉਹ ਕਿਉਂ ਜਿਹੜਾ ਹੈਗਾ ਦੂਜੇ ਸਾਰਿਆਂ ਨੂੰ ਬੀਟ ਕਰ ਦਿੰਦਾ ਹੈ ਜਿਹੜੇ ਸ਼ਾਰਟ ਟਰਮ ਦੇ ਟ੍ਰੇਡਰਸ ਹੁੰਦੇ ਨੇ, ਠੀਕ ਹੈ। ਤੇ ਠੀਕ ਹੈ ਜੀ, ਇਸ ਵੀਡੀਓ 'ਚ ਇੰਨੀ ਗੱਲ ਕਰ ਲੈਂਦੇ ਹਾਂ। ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਸਾਰਿਆਂ ਦਾ।